ਕਿ ਦਾਸ 11 ਤਰੀਕ ਨੂੰ ਆਪਣੀ ਰੂਟੀਨ ਵਾਈਜ਼ ਡਿਊਟੀ ਤੇ ਗਿਆ ਹੈ। ਇਹਨਾਂ ਨੇ ਸਾਨੂੰ ਕੀਰਤਨ ਕਰਨ ਤੋਂ ਮਨਾ ਕਰ ਦਿੱਤਾ ਹੈ। ਫਿਰ ਦੁੱਖ ਲੱਗਾ ਤੇ ਦਾਸ ਨੇ ਉੱਠ ਕੇ ਆਉਂਦੇ ਇੱਕ ਗੱਲ ਕਹੀ ਹੈ ਕੰਨ ਦੇ ਵਿੱਚ ਕਿ ਸਰ ਜੀ ਤੁਸੀਂ ਖੋਤਾ ਤੇ ਘੋੜਾ ਇੱਕ ਕਰ ਦਿੰਦੇ। ਇਹਨਾਂ ਨੇ ਉਸ ਗੱਲ ਨੂੰ ਇੰਨਾ ਮੁੱਦਾ ਬਣਾ ਲਿਆ। ਵੀਰ ਜੀ ਤੁਸੀਂ ਯਕੀਨ ਕਰਿਓ, ਜੇ ਤੁਹਾਨੂੰ ਮੈਂ ਆਪਣੀ ਤਨਖਾਹ ਦੱਸਾਂ ਨਾ ਤੁਸੀਂ ਹੈਰਾਨ ਰਹਿਣਾ। 4000 ਰੁਪਏ ਮੇਰੀ ਤਨਖਾਹ ਵਾ, 4000 ਰੁਪਏ ਮੇਰੀ ਤਨਖਾਹ ਵਾ। ਦੁੱਖ ਲੱਗਦਾ ਕਿਉਂਕਿ ਮੈਂ ਭਰਿਆ ਪਿਆ ਅੰਦਰੋਂ। ਗੁਰਦੁਆਰੇ ਕਮਰਾ ਨਹੀਂ ਤੁਹਾਨੂੰ ਦੇਣਾ, ਅਸੀਂ ਬਾਹਰ ਕਿਰਾਏ ਤੇ ਰਹਿੰਦੇ ਵੀ ਦੋਨੋਂ ਵੀਰ, ਤੇ ਉਹ ਚੋਂ 2500 ਰੁਪਏ ਅਸੀਂ ਕਿਰਾਇਆ ਦੇ ਰਹੇ ਹਾਂ। ਹੁਣ ਤੁਸੀਂ ਆਪੇ ਅੰਦਾਜ਼ਾ ਲਗਾ ਲਓ ਕਿ 4000 ਸਾਡੀ ਤਨਖਾਹ, ਤਿੰਨਾਂ ਦੀ 12000 ਰੁਪਏ ਹੋ ਗਈ। ਉਹਦੇ ਵਿੱਚੋਂ ਮੈਂ ਤੇ ਮੇਰਾ ਭਰਾ ਕਮਰਾ ਕਿਰਾਏ ਤੇ ਲੈ ਕੇ ਰਹੇ, ਕਹਿੰਦੇ ਗੁਰਦੁਆਰੇ ਕਮਰਾ ਨਹੀਂ ਲਾਉਡ ਰਾਗੀ ਸਿੰਘ। ਫਿਰ ਇੱਥੋਂ ਤੱਕ ਸਾਡੀ ਰੋਟੀ ਵੀ ਬੰਦ ਕੀਤੀ ਸੀਗੀ ਜਦੋਂ ਅਸੀਂ ਨਵੇਂ ਲੱਗੇ ਸੀ ਨਾ, ਕਹਿੰਦੇ ਰਾਗੇ ਨੂੰ ਰੋਟੀ ਲਾਉਡ ਨਹੀਂ ਆ। ਗੁਰਦੁਆਰਾ ਸੰਤ ਘਾੜਿਆ ਕਪੂਰਥਲਾ ਚੌਂਕ ਲਾ ਕੇ ਕਪੂਰਥਲਾ ਰੋਡ ਤੇ ਪਤਾ ਕਰ ਸਕਦੇ ਤੁਸੀਂ ਜਾ ਕੇ, ਉੱਥੇ ਮੈਂ ਇਹ ਰੋਟੀ ਖਾਣ ਦੋਨੋਂ ਵੀਰ ਜਾਂਦੇ ਨੇ। ਫਿਰ ਕਿਸੇ ਉੱਥੇ ਗੁਰਮੁਖ ਪਿਆਰੇ ਨੇ ਮੁੱਦਾ ਉਠਾਇਆ ਕਿ ਇਦਾਂ ਨਾ ਕਰੋ, ਸੰਗਤਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਗੁਰੂ ਦਾ ਲੰਗਰ ਟੁੱਟ ਵਰਤੇਗਾ, ਪਰ ਤੁਹਾਡੇ ਰਾਗੀ ਸਿੰਘ ਜਾ ਕੇ ਦੂਸਰੇ ਗੁਰਦੁਆਰਿਆਂ 'ਚ ਲੰਗਰ ਛਕ ਰਹੇ ਨੇ। ਪਰ ਬੇਨਤੀ ਹੈ ਕਿ ਬੇਨਤੀ ਨੂੰ ਬੇਨਤੀ ਸਮਝਣਾ ਕਿ ਆਪਾਂ ਆਪਣੇ ਪ੍ਰਚਾਰਕਾਂ ਨੂੰ ਸਾਂਭ ਲਈਏ। ਵੀ ਸੋਸ਼ਲ ਮੀਡੀਆ ਦਾ ਕੁਝ ਹੋ ਗਿਆ, ਤੁਸੀਂ ਵੇਖ ਲਓ ਕਿੰਨੇ ਪ੍ਰਚਾਰਕ ਲੈਣ ਛੱਡ ਕੇ ਉਹ ਕ੍ਰਿਸਚਨ ਧਰਮ ਜਾ ਰਹੇ ਨੇ। ਉਹਦਾ ਕਾਰਨ ਕਿ ਉੱਥੇ ਫੈਸਿਲਿਟੀਆਂ ਮੇਰੇ ਆ। ਪਿੱਛੇ ਗੁਰਦੇਵ ਸਿੰਘ ਘਾੜਕਾ ਜੀ ਨੇ ਕਿੰਨਾ ਮੁੱਦਾ ਉਠਾਇਆ, ਵਿਸ਼ਾਲ ਕਿੰਨਾ ਮੁੱਦਾ ਉੱਠਿਆ ਨਾ ਜੀ, ਪਰ ਉਹਨਾਂ ਨਾਲ ਕੀ ਹੋਇਆ ਦੇਖੋ, ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ। ਇਹਦਾ ਮਤਲਬ ਕਿ ਤੁਸੀਂ ਸੱਚ ਸੁਣਨਾ ਨਹੀਂ ਪਸੰਦ ਕਰ ਸਕਦੇ। ਗੁਰੂ ਸਾਹਿਬ ਦਾ ਇੱਕ ਬਚਨ ਆ, ਯਾਦ ਹੈ, ਮਹਾਰਾਜ ਕਹਿੰਦੇ ਜੇ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਇਹ ਗੁਰੂ ਸਾਹਿਬ ਦਾ ਬਚਨ ਹੈ। ਜਦੋਂ ਸੱਚ ਸੁਣਾਇਆ ਜਾਂਦਾ, ਇਹਨਾਂ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਦਬਾ ਕੇ ਰੱਖੀਏ। ਜੇ ਵੀਰ ਜੀ ਐਸਪੀ ਦੀ ਗੱਲ ਕਰਦੇ ਨਾ ਤੁਸੀਂ, ਮੈਂ ਉੱਥੇ 2 ਵਾਰੀ ਟੈਸਟ ਦੇ ਚੁੱਕਾ, ਉੱਥੇ ਮੇਰੀ ਸੁਣਵਾਈ ਨਹੀਂ ਹੋਈ। ਕੀਰਤਨ ਦਾ ਟੈਸਟ 2 ਵਾਰੀ ਉੱਥੇ ਦਿੱਤਾ ਹੈ, ਉੱਥੇ ਵੀ ਸੁਣਵਾਈ ਨਹੀਂ। ਉੱਥੇ ਕੀ ਆ, ਸਿੱਧਾ ਵਿਸ਼ਾ ਹੈ ਜੀ ਪੈਸਾ, ਰਿਸ਼ਵਤ ਸਾਫ਼ ਮੰਗ। ਸਿੱਧੀ ਗੱਲ ਹੈ ਜੀ, ਪੈਸਾ ਮੰਗਦੇ ਜੀ। ਸਰ ਜੀ ਉੱਥੇ ਪੈਸੇ ਦਾ ਜੇ ਸੋਚੋ ਤੁਸੀਂ ਕੋਈ 5-6-7 ਲੱਖ ਤੋਂ ਕੋਈ ਘੱਟ ਗੱਲ ਹੀ ਨਹੀਂ ਕਰਦਾ ਉੱਥੇ। ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੁਝ ਚੱਲਦਾ। ਹਾਂਜੀ, ਫਰਕ ਇੰਨਾ ਵਾ ਕਿ ਸਾਹਮਣੇ ਨਹੀਂ ਕੋਈ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਸਮੇਂ ਰਾਗੀ ਸਿੰਘਾਂ ਦਾ ਮੋਰਚਾ ਖੁੱਲ ਜਾਂਦਾ ਹੈ। ਐਸਜੀਪੀਸੀ ਦੇ ਸਿੰਘ ਘਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਉਹਨਾਂ ਨੇ ਇੱਕ ਵੱਖਰੀ ਜੋ ਕਹਿ ਦਈਏ ਕਿ ਆਪਣੀ ਪਹਿਚਾਣ ਰੱਖੀ ਹੈ, ਕਿਉਂਕਿ ਬੇਬਾਕ ਤਰੀਕੇ ਦੇ ਨਾਲ ਬੋਲੇ ਨੇ। ਐਸਜੀਪੀਸੀ ਦੇ ਖਿਲਾਫ ਜੋ ਦਰਬਾਰ ਸਾਹਿਬ ਦੇ ਵਿੱਚ ਵਾਪਰਦਾ ਉਹ ਖੁੱਲ੍ਹੇਆਮ ਪੇਸ਼ ਕੀਤਾ। ਔਰ ਐਸੀ ਜੋ ਗੱਲਬਾਤ ਹੋਰ ਸਾਹਮਣੇ ਆਈ ਹੈ ਜਲੰਧਰ ਦਾ ਗੁਰਦੁਆਰਾ 6ਵੀਂ ਪਾਤਸ਼ਾਹੀ ਦਾ। ਉੱਥੇ ਭਾਈ ਸਾਹਿਬ ਭਾਈ ਦਲੇਰ ਸਿੰਘ ਕੀਰਤਨ ਕਰਦੇ ਨੇ ਔਰ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਧੱਕਾ ਹੋਇਆ। ਔਰ ਕੀ ਧੱਕਾ ਹੋਇਆ, ਕੀ ਗੱਲਬਾਤ ਹੈ, ਉਹ ਜਾਣ ਲੈਣੇ ਆ। ਭਾਈ ਸਾਹਿਬ ਕੀ ਘਟਨਾ ਹੋਈ ਹੈ, ਕਦੋਂ ਤੋਂ ਤੁਹਾਨੂੰ ਲੱਗ ਰਿਹਾ ਕਿ ਹਾਂ ਧੱਕਾ ਹੋਣਾ ਸ਼ੁਰੂ ਹੋ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਹਿਲਾਂ ਤਾਂ ਮੈਂ ਆਪਣੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਿੱਖ ਪੰਥ ਦੇ ਰਾਗੀਆਂ, ਪ੍ਰਚਾਰਕਾਂ ਅਤੇ ਗ੍ਰੰਥੀ ਸਿੰਘਾਂ ਦੇ ਦਰਦ ਨੂੰ ਸਮਝਦਿਆਂ ਹੋਇਆਂ ਇਹ ਸਾਰੇ ਸਿਸਟਮ ਨੂੰ ਕਵਰੇਜ ਕਰ ਰਹੇ ਨੇ। ਪਰ ਅਰਦਾਸ 3 ਸਾਲਾਂ ਤੋਂ 6ਵੀਂ ਪਾਤਸ਼ਾਹੀ ਬਸਤੀ ਸ਼ੇਖ ਗੁਰਦੁਆਰਾ ਉੱਥੇ ਕੀਰਤਨ ਰੂਪ ਚ ਜਥੇ ਸਮੇਤ ਸੇਵਾ ਨਿਭਾ ਰਿਹਾ। ਬੜਾ ਵਧੀਆ ਸਰਕਲ ਚੱਲ ਰਿਹਾ ਸੀ, ਸੰਗਤ ਨੇ ਬੜਾ ਪਿਆਰ, ਸਤਿਕਾਰ, ਅਦਬ ਦਿੱਤਾ ਹੈ। ਪਰ ਕੁਝ ਦਿਨਾਂ ਤੋਂ ਸਾਨੂੰ ਪ੍ਰਬੰਧਕ ਕਮੇਟੀ ਦਾ ਕੁਝ ਮੈਂਬਰ, ਜਿਨ੍ਹਾਂ ਵਿੱਚ ਸਰਦਾਰ ਇੰਦਰਪਾਲ ਸਿੰਘ ਜੀ ਖਾਲਸਾ, ਜੋ ਸਾਨੂੰ ਬਹੁਤ ਕਿੰਤੂ ਪਰੰਤੂ ਕਰ ਰਹੇ ਨੇ। ਮਸਲਾ ਇਹ ਸੀ ਕਿ ਦਾਸ 11 ਤਰੀਕ ਨੂੰ ਆਪਣੀ ਰੂਟੀਨ ਵਾਈਜ਼ ਡਿਊਟੀ ਤੇ ਗਿਆ ਹੈ। ਇਹਨਾਂ ਨੇ ਸਾਨੂੰ ਕੀਰਤਨ ਕਰਨ ਤੋਂ ਮਨਾ ਕਰ ਦਿੱਤਾ ਹੈ। ਤੇ ਮਨਾ ਕਰਨ ਤੋਂ ਬਾਅਦ ਜੇ ਦਾਸ ਨੇ ਪੁੱਛਿਆ ਕਿ ਸਰ ਜੀ ਗੱਲ ਕੀ ਹੈ, ਸਾਨੂੰ ਮਨਾ ਕਿਉਂ ਕੀਤਾ ਗਿਆ? ਕਹਿੰਦੇ ਮੈਂ ਜਥਾ ਸੱਦਿਆ ਹੋਇਆ, ਸਾਡੇ ਜਥੇ ਨੇ ਕੀਰਤਨ ਕਰਨਾ ਹੈ। ਤੇ ਦਾਸ ਨੇ ਇਹ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਦੱਸ ਦਿਆ ਕਰੋ। ਪਰ ਇਹਨਾਂ ਨੇ ਕੀਤਾ ਕਿ ਕਹਿੰਦੇ ਮੇਰੇ ਨਾਲ ਵਾਧੂ ਗੱਲ ਨਹੀਂ ਕਰਨੀ, ਤੂੰ ਜਿਹੜੀ ਗੱਲ ਕਰਨੀ ਜਾ ਕੇ ਗੁਰਮੀਤ ਸਿੰਘ ਸੈਕਟਰੀ ਸਾਹਿਬ ਨਾਲ ਗੱਲ ਕਰੋ। ਤੇ ਦਾਸ ਨੇ ਉੱਥੇ ਇਹ ਬੇਨਤੀ ਕੀਤੀ ਕਿ ਸਰ ਜੀ ਟਾਈਮ ਤਾਂ ਤੁਸੀਂ ਦੇ ਰਹੇ ਹੋ, ਪਰ ਮੈਂ ਗੱਲ ਉਹਨਾਂ ਨਾਲ ਕਿਉਂ ਕਰਾਂ? ਤੇ ਦਾਸ ਦੇ ਮਨ 'ਚ ਜਿਹੜਾ ਇੱਕ ਦੁੱਖ ਲੱਗਾ, ਕਿਉਂਕਿ ਸੰਗਤ ਵੀ ਪੂਰਾ ਬੇਸ਼ੁਮਾਰ, ਉੱਥੇ ਸੰਗਤਾਂ ਦਾ ਇਕੱਠ, ਗੁਰੂ ਸਾਹਿਬ ਜੀ ਸੁਭਾਈਮਾਨ। ਪਰ ਦਾਸ ਦੇ ਮਨ ਅੰਦਰ ਦੁੱਖ ਲੱਗਾ ਤੇ ਦਾਸ ਨੇ ਉੱਠ ਕੇ ਆਉਂਦੇ ਇੱਕ ਗੱਲ ਕਹੀ ਹੈ ਕੰਨ ਦੇ ਵਿੱਚ ਕਿ ਸਰ ਜੀ ਤੁਸੀਂ ਖੋਤਾ ਤੇ ਘੋੜਾ ਇੱਕ ਕਰ ਦਿੰਦੇ ਹੋ। ਇਹਨਾਂ ਨੇ ਉਸ ਗੱਲ ਨੂੰ ਇੰਨਾ ਮੁੱਦਾ ਬਣਾ ਲਿਆ। 10-15 ਮਿੰਟਾਂ ਬਾਅਦ ਆਣ ਕੇ ਇਹਨਾਂ ਦਫ਼ਤਰ ਦੇ ਵਿੱਚ ਆਣ ਕੇ ਮੈਨੂੰ ਕਹਿੰਦੇ ਆ ਕਮੇਟੀ ਨੂੰ ਇਕੱਠਾ ਕਰ ਲਿਆ ਹੈ। ਕਮੇਟੀ ਨੂੰ ਇਕੱਠਾ ਕੀਤਾ ਤੇ ਕਮੇਟੀ ਦੇ ਕੁਝ ਸੂਝਵਾਨ ਮੈਂਬਰ ਉਹਨਾਂ ਨੇ ਇਹ ਗੱਲ ਕਿ ਭਾਈ ਸਾਹਿਬ ਜੀ ਅਸੀਂ ਗੁਸਤਾਖੀ ਮਾਫੀ ਮੰਗਦੇ ਆ ਕਿ ਤੁਹਾਨੂੰ ਕੀਰਤਨ ਤੋਂ ਸਟੇਜ ਤੋਂ ਲਾ ਦਿੱਤਾ ਗਿਆ, ਪਰ ਅਸੀਂ ਤੁਸੀਂ ਵੀ ਗਾਂ ਤੋਂ ਲਗਸ਼ੀਮਤੀ ਰੱਖਿਓ। ਮੈਂ ਕਿਹਾ ਠੀਕ ਆ ਜੀ, ਸਤ ਬਚਨ ਜੀ। ਪਰ ਉੱਥੇ ਕੁਝ ਮੈਂਬਰਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਕਹਿ ਦਿਓ ਕਿ ਸਰ ਜੀ ਮੇਰੇ ਕੋਲ ਗਲਤੀ ਹੋ ਗਈ। ਮੈਂ ਕਿਹਾ ਮੈਂ ਮਾਫੀ ਨਹੀਂ ਮੰਗਣੀ।
ਉਦੋਂ ਗੁਰਪੁਰਬ ਸਮਾਗਮ ਚੱਲਦੇ 6ਵੀਂ ਪਾਤਸ਼ਾਹੀ ਦਾ 15 ਤਰੀਕ ਨੂੰ ਗੁਰਪੁਰਬ ਸਮਾਗਮ ਸੀ। ਇਹਨਾਂ ਨੇ ਮੇਰੇ ਪਰ ਮਨ 'ਚ ਇਹ ਸੀ ਕਿ ਇਹਨਾਂ ਨੇ ਕੋਈ ਨਾ ਕੋਈ ਵਿਸ਼ਾ ਛੇੜਨਾ ਹੈ ਕਿ ਇਹਨਾਂ ਨੇ 17-18 ਦਿਨਾਂ ਬਾਅਦ ਸਰਦਾਰ ਇੰਦਰਪਾਲ ਸਿੰਘ ਜੀ ਖਾਲਸਾ ਨੇ ਮੈਨੂੰ WhatsApp ਤੇ ਮੈਸੇਜ ਕੀਤਾ ਹੈ ਕਿ ਤੁਸੀਂ ਮੈਨੂੰ ਖੋਤੇ ਤੇ ਘੋੜੇ ਦੀ ਗੱਲ ਦਾ ਜਵਾਬ ਦਿੱਤਾ ਜਾਵੇ, ਸਪਸ਼ਟੀਕਰਨ ਦਿੱਤਾ ਜਾਵੇ। ਜੇ ਤੁਸੀਂ ਨਾ ਦਿੱਤਾ ਤਾਂ ਤੁਹਾਨੂੰ ਮੈਂ ਸੰਗਤ ਵਿੱਚ ਖੜਾ ਕਰਾਂਗਾ। ਦੱਸ ਦੇ ਮਨ ਅੰਦਰ ਫਿਰ ਰੋਸਾ ਆਇਆ ਕਿ 17-18 ਦਿਨ ਗੱਲ ਹੋ ਗਈ ਨਾ ਹੋ ਗਿਆ, ਗੱਲ ਨਿਬੜ ਵੀ ਗਈ ਹੈ, ਪਰ ਇਹਨਾਂ ਨੇ ਫਿਰ ਮੁੱਦਾ ਚੱਕਿਆ ਹੈ। ਪਰ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ, ਤੁਸੀਂ ਸੰਗਤ ਵਿੱਚ ਮੈਨੂੰ ਖੜਾ ਕਰ ਲਓ। ਭਾਈ ਸਾਹਿਬ, ਇਹ ਜਿਵੇਂ ਐਸਜੀਪੀਸੀ ਇੱਕ ਸੰਸਥਾ ਆ, ਉਹੀ ਸੰਸਥਾ ਦੇ ਨਾਲ ਜੁੜਦੀ ਹੈ ਕਿ ਵੱਖਰੀ ਆ? ਇਹ ਵੱਖਰੀ ਸੰਸਥਾ ਹੈ ਕਿਉਂਕਿ ਇਹ ਬਹੁਤ ਵੱਡਾ ਸ਼ਹਿਰ ਦਾ ਗੁਰਦੁਆਰਾ ਹੈ, ਇਤਿਹਾਸਕ ਸਥਾਨ ਹੈ, ਬਹੁਤ ਵੱਡੀ ਮੈਨੇਜਮੈਂਟ ਹੈ, ਬੜੇ ਉੱਥੇ ਪਿਆਰ ਵਾਲੇ ਸਤਿਕਾਰ ਵਾਲੇ ਪ੍ਰਬੰਧਕ ਕਮੇਟੀ ਵੀ ਹੈਗੀ, ਬਹੁਤ ਬੜੇ ਸਤਿਕਾਰ ਸੂਝਵਾਨ ਉੱਥੇ ਪ੍ਰਬੰਧਕ ਨੇ। ਪਰ ਵਿੱਚ ਕਈ ਐਸੇ ਪ੍ਰਬੰਧਕ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਬਹੁਤ ਵੱਡਾ ਮੁੱਦਾ ਬਣਾਤਾ। ਉਹਨਾਂ ਦੀ ਸਪੋਰਟ ਵੀ ਹੈ, ਕੋਈ ਪਿੱਛੇ ਬੈਕਅਪ ਵੀ ਹੈ, ਤਾਂ ਕਰਕੇ ਇਸ ਤਰੀਕੇ ਨਾਲ ਇਹ ਇਸ ਦੱਸ ਨਹੀਂ ਜਾਂਦਾ। ਪਰ ਇਹ ਹੈ ਕਿ ਜਿਹੜੇ 3-4 ਜਣੇ ਉੱਥੇ ਬਹੁਤ ਜ਼ਿਆਦਾ ਮੋਹਤਵਰ ਬਣੇ ਨੇ, ਜਿਨ੍ਹਾਂ ਨੇ ਬਹੁਤ ਜ਼ਿਆਦਾ ਮੈਨੂੰ ਕੀਰਤਨ ਕਿੰਤੂ ਪਰੰਤੂ ਕੀਤਾ। ਫਿਰ ਹੋਇਆ ਕਿ ਮੈਂ ਉਹਨੇ ਕਿਹਾ, ਮੈਂ ਕਿਹਾ ਸੰਗਤ ਵਿੱਚ ਖੜਾ ਕਰ ਦਿਓ ਮੈਨੂੰ, ਮੈਂ ਸਪਸ਼ਟੀਕਰਨ ਦਵਾਂਗਾ, ਕੋਈ ਗੱਲ ਨਹੀਂ। ਇਹਨਾਂ ਨੇ ਵੇਖਿਆ, ਇਹਨੇ ਤਾਂ ਮਾਫੀ ਫਿਰ ਨਹੀਂ ਮੰਗੀ। ਇਹਨਾਂ ਨੇ ਰਾਤ ਨੂੰ 9 ਵਜੇ ਮੀਟਿੰਗ ਸੱਦ ਲਈ। ਉਹਦੇ ਵਿੱਚ ਨਾ ਤਾਂ ਪ੍ਰਧਾਨ ਸਾਹਿਬ, ਹਾਲਾਂਕਿ ਪ੍ਰਧਾਨ ਸਾਹਿਬ ਨੇ ਮਨਾ ਕੀਤਾ ਸੀ ਕਿ ਐਸਾ ਮੁੱਦਾ ਨਾ ਉਠਾਓ, ਇਹ ਵਿਵਾਦ ਨਾ ਬਣਾਇਓ। ਜਦੋਂ ਭਾਈ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ, ਗਲਤੀ ਮੰਨ ਲਈ ਆ, ਤੇ ਤੂੰ ਇੰਨਾ ਮੁੱਦਾ ਕਿਉਂ ਬਣਾ ਰਿਹਾ? ਪਰ ਉਹਨੇ ਆਪਣੀ ਜਿੱਦਾਂ ਕਿਹਾ ਨਾ ਕਿ ਬੰਦਾ ਕਿਸੇ ਦੇ ਮਗਰ ਹੱਥ ਧੋ ਕੇ ਪੈ ਜਾਂਦਾ ਕਿ ਮੈਂ ਕੋਈ ਮਾਫੀ ਮੰਗਾਉਣੀ ਆ ਬਸ। ਹੋਇਆ ਕੀ ਫਿਰ ਇਹਨਾਂ ਨੇ 9 ਵਜੇ ਮੀਟਿੰਗ ਸੱਦੀ, 4-5 ਜਾਣੇ ਮੈਂਬਰ ਆਏ ਆ। ਇਹਨਾਂ ਨੇ ਮੈਨੂੰ ਅੰਦਰ ਮਿੰਨਾ ਇੰਨੀ ਬਦਸਲੂਕੀ ਕੀਤੀ, ਇੰਨੇ ਵਿਸ਼ੇ ਛੇੜ ਤੇ ਇੰਨੀਆਂ ਗੱਲਾਂ ਕਿ ਮੁੱਖ ਦੀ ਗੱਲ ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਇਹ ਕਿਸੇ ਤਰ੍ਹਾਂ ਮਾਫੀ ਮੰਗ ਲਏ। ਪਰ ਦਾਸ ਨੇ ਫਿਰ ਮੈਂ ਵੀ ਆਪਣੀ ਮਨ ਦੀ ਭੜਾਸ ਕੱਢੀ ਕਿ ਤੁਸੀਂ ਕਰਦੇ ਕਿ ਵੀਰ ਜੀ ਤੁਸੀਂ ਯਕੀਨ ਕਰਿਓ, ਜੇ ਤੁਹਾਨੂੰ ਮੈਂ ਆਪਣੀ ਤਨਖਾਹ ਦੱਸਾਂ ਨਾ ਤੁਸੀਂ ਹੈਰਾਨ ਰਹਿਣਾ। 4000 ਰੁਪਏ ਮੇਰੀ ਤਨਖਾਹ ਵਾ। 4000 ਨਾਲ ਕਿਵੇਂ ਗੁਜ਼ਾਰਾ ਕਰਦੇ ਹੋ? ਡਿਊਟੀ ਵੀ ਲਗਾਤਾਰ ਦੇਣੀ ਔਰ ਇੱਕ ਸਿੱਖ ਧਰਮ ਦੇ ਨਾਲ ਜੁੜੇ ਵੀ ਰਹਿਣਾ, ਪ੍ਰਚਾਰ ਵੀ ਕਰਨਾ। ਇੱਕ ਪਾਸੇ ਕਹਿ ਦੀ ਕਿ ਤਾਂ ਕਹਿੰਦੇ ਨੇ ਕਿ ਰਾਗੀ ਦਾ ਬੱਚਾ ਰਾਗੀ ਬਣੇ, ਗ੍ਰੰਥੀ ਦਾ ਬੱਚਾ ਗ੍ਰੰਥੀ ਬਣੇ। ਸੋ ਇਸ ਤਰੀਕੇ ਦੇ ਨਾਲ ਜੇ ਅਸੀਂ ਫੈਸਿਲਿਟੀ ਦੇਵਾਂਗੇ, ਉਹਨਾਂ ਨੂੰ ਸੇਵਾਵਾਂ ਦੇਵਾਂਗੇ, ਕਿਉਂ ਇਸ ਲਾਈਨ ਨੂੰ ਕੋਈ ਆਊਗਾ? ਮੈਂ ਕਿਹਾ ਵੀਰ ਜੀ ਯਕੀਨ ਕਰਿਓ, ਮੇਰੇ ਕਈ ਐਸੇ ਪਰਮ ਮਿੱਤਰ ਨੇ ਜਿਹੜੇ ਇਹ ਕੰਮ ਹੀ ਛੱਡ ਗਏ। ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਸੰਭਲ ਜਾ, ਜੇ ਵੀ ਹਜੇ ਵੀ ਕੁਝ ਨਹੀਂ ਹੋਇਆ, ਸੰਭਲ ਜਾ, ਇਹ ਡਿਊਟੀਆਂ ਚੱਕਰਾਂ 'ਚ ਨਾ ਪਾ। ਪਰ ਮੇਰੇ ਕੁਝ ਹਾਲਾਤ ਨਾਲੇ ਵੇਖੋ ਵੀਰ, ਇਹ ਕਿਸੇ ਦੀ ਮਿਹਨਤ ਨੂੰ ਨਹੀਂ ਜਾਣਿਆ। ਇਹਨਾਂ ਨੇ ਦਾਸ ਨੇ ਡਿਗਰੀ ਕੀਤੀ ਸੰਗੀਤ ਦੀ, ਆਪਣੇ ਹਾਲਾਤਾਂ ਨੂੰ ਜੂਝਦਿਆਂ ਹੋਇਆ। ਡਿਗਰੀ ਲੈਣ ਤੋਂ ਬਾਅਦ ਵੀ 4000 ਰੁਪਏ ਤਨਖਾਹ? ਹਾਂਜੀ, 4000 ਤਨਖਾਹ। ਮੇਰੇ ਕੋਲ ਤੁਸੀਂ ਜਾ ਕੇ ਰਜਿਸਟਰ ਚੈੱਕ ਕਰ ਸਕਦੇ ਹੋ, ਉੱਥੇ ਜਾ ਕੇ ਮੇਰੇ ਜਥੇ ਦੀ ਪੂਰੀ 12000 ਤਨਖਾਹ। ਫਿਰ ਮਾਫ ਕਰਿਓ, ਦੁੱਖ ਲੱਗਦਾ ਕਿਉਂਕਿ ਹੁਣ ਮੈਂ ਭਰਿਆ ਪਿਆ ਅੰਦਰੋਂ। ਗੁਰਦੁਆਰੇ ਕਮਰਾ ਨਹੀਂ ਤੁਹਾਨੂੰ ਦੇਣਾ, ਅਸੀਂ ਬਾਹਰ ਕਿਰਾਏ ਤੇ ਰਹਿੰਦੇ ਵੀ ਦੋਨੋਂ ਵੀਰ, ਤੇ ਉਹ ਚੋਂ 2500 ਰੁਪਇਆ ਅਸੀਂ ਕਿਰਾਇਆ ਦੇ ਰਹੇ ਹਾਂ। ਹੁਣ ਤੁਸੀਂ ਆਪੇ ਅੰਦਾਜ਼ਾ ਲਗਾ ਲਓ ਕਿ 4000 ਸਾਡੀ ਤਨਖਾਹ, ਤਿੰਨਾਂ ਦੀ 12000 ਰੁਪਇਆ ਹੋ ਗਈ। ਉਹਦੇ ਵਿੱਚੋਂ ਮੈਂ ਤੇ ਮੇਰਾ ਭਰਾ ਕਮਰਾ ਕਿਰਾਏ ਤੇ ਲੈ ਕੇ ਰਿਹਾ। ਕਹਿੰਦੇ ਗੁਰਦੁਆਰੇ ਕਮਰਾ ਨਹੀਂ ਲਾਉ ਰਾਗੀ ਸਿੰਘਾਂ ਨੂੰ। ਕੀ ਕਾਰਨ ਕੀ ਹੈ? ਖਾਸ ਬੰਦੇ ਰਹਿੰਦੇ ਨੇ, ਹਾਂ, ਨਹੀਂ ਦੇਣਾ ਕਮਰਾ। ਫਿਰ ਇੱਥੋਂ ਤੱਕ ਸਾਡੀ ਰੋਟੀ ਵੀ ਬੰਦ ਕੀਤੀ ਸੀਗੀ ਜਦੋਂ ਅਸੀਂ ਨਵੇਂ ਲੱਗੇ ਸੀ ਨਾ। ਕਹਿੰਦੇ ਰਾਗੀਆਂ ਨੂੰ ਰੋਟੀ ਲੋੜ ਨਹੀਂ ਆ। ਗੁਰਦੁਆਰਾ ਸੰਤ ਘਾੜਿਆ ਕਪੂਰਥਲਾ ਚੌਂਕ ਲਾ ਕੇ, ਕਪੂਰਥਲਾ ਰੋਡ ਤੇ ਪਤਾ ਕਰ ਸਕਦੇ ਤੁਸੀਂ ਜਾ ਕੇ, ਉੱਥੇ ਮੈਂ ਇਹ ਰੋਟੀ ਖਾਣ ਦੋਨੋਂ ਵੀਰ ਜਾਂਦੇ ਨੇ। ਫਿਰ ਕਿਸੇ ਉੱਥੇ ਗੁਰਮੁਖ ਪਿਆਰੇ ਨੇ ਮੁੱਦਾ ਉਠਾਇਆ ਕਿ ਇਦਾਂ ਨਾ ਕਰੋ, ਸੰਗਤਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਗੁਰੂ ਦਾ ਲੰਗਰ ਟੁੱਟ ਵਰਤੇਗਾ, ਪਰ ਤੁਹਾਡੇ ਰਾਗੀ ਸਿੰਘ ਜਾ ਕੇ ਦੂਸਰੇ ਗੁਰਦੁਆਰਿਆਂ 'ਚ ਲੰਗਰ ਛਕ ਰਹੇ ਨੇ। ਉਦੋਂ ਤੋਂ ਰੋਟੀ ਨਾਲ ਸ਼ੁਰੂ ਕਰ ਦਿੱਤੀ। ਫਿਰ ਸਾਨੂੰ ਉਹਨਾਂ ਕਮਰਾ ਨਹੀਂ ਦਿੱਤਾ। ਅਸੀਂ ਆਪਣੀ ਮਜਬੂਰੀਆਂ ਨੇ ਕਹ ਲਓ ਕਿ ਸਾਡੇ ਕੋਲ ਕੰਮ ਨਹੀਂ ਸੀ ਕੋਈ ਹੈਗਾ, ਪਰ ਮਨ ਜ਼ਰੂਰ ਦੁਖਦਾ ਹੈ। ਕਿਸੇ ਸ਼ਾਇਰ ਨੇ ਸਹੀ ਕਿਹਾ, ਜੇ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੀ ਨਾ ਹਾਰੇ। ਹਾਂ, ਮੈਂ ਵੀਰ ਜੀ ਇੱਕ ਬੇਨਤੀ ਹੋਰ ਕਰਾਂਗਾ। ਜਿਹੜੇ ਸਾਡੀ ਜਥੇਬੰਦੀਆਂ ਬਹੁਤ ਸਤਿਕਾਰ ਹੈ, ਬੜਾ ਜ਼ਰੂਰ ਹੈ ਕਿ ਗਰੀਬ ਦੀ ਮਦਦ ਕਰਨੀ ਜ਼ਰੂਰ ਚਾਹੀਦੀ ਹੈ, ਪਰ ਬੇਨਤੀ ਹੈ ਕਿ ਬੇਨਤੀ ਨੂੰ ਬੇਨਤੀ ਸਮਝਣਾ ਕਿ ਆਪਾਂ ਆਪਣੇ ਪ੍ਰਚਾਰਕਾਂ ਨੂੰ ਸਾਂਭ ਲਈਏ। ਨਹੀਂ ਤਾਂ ਤੁਹਾਨੂੰ ਐਸੇ ਮੈਂ ਤੁਹਾਨੂੰ ਵੀਰ ਦਿਖਾ ਸਕਦਾ ਵਾਂ, ਮਿਲਾ ਸਕਦਾ ਵਾਂ, ਪਤਾ ਸਾਰਿਆਂ ਨੂੰ ਹੁੰਦਾ ਵੀਰ ਜੀ। ਫਰਕ ਇੰਨਾ ਕਿ ਕਈ ਇਸ ਗੱਲ ਨੂੰ ਬਹੁਤ ਵੱਡਾ ਇਸ਼ੂ ਬਣਾਉਂਦੇ ਆ। ਪਤਾ ਕਮੇਟੀਆਂ ਨੂੰ ਵੀ ਹੈਗਾ ਕਿ ਪ੍ਰਚਾਰਕਾਂ ਦਾ ਅਸੀਂ ਕੀ ਹਾਲ ਕਰ ਰਹੇ ਹਾਂ, ਪਤਾ ਸੰਗਤ ਨੂੰ ਵੀ ਹੈਗਾ, ਪਰ ਸੰਗਤ ਵਿੱਚ ਕਈ ਦੁੱਖ ਪ੍ਰਗਟਾ ਕਰਦੀ, ਪਰ ਉਹਨਾਂ ਦੀ ਸੁਣਵਾਈ ਨਹੀਂ ਗਾੜੀ ਹੋ ਰਹੀ। ਫਿਰ ਤਾਂ ਹੀ ਇਹੀ ਕਾਰਨ ਹੈ ਕਿ ਜੋ ਲੋਕ ਕ੍ਰਿਸਚਨ ਧਰਮ ਦੇ ਵਿੱਚ ਆਪਣਾ ਧਰਮ ਪਰਿਵਰਤਨ ਕਰਦੇ ਪਏ ਨੇ। ਤੁਸੀਂ ਸੋਸ਼ਲ ਮੀਡੀਆ ਦਾ ਕੁਝ ਹੋ ਗਿਆ, ਤੁਸੀਂ ਵੇਖ ਰਹੇ ਹੋ ਕਿੰਨੇ ਪ੍ਰਚਾਰ ਕੇ ਲੈਣ ਛੱਡ ਗਏ, ਉਹ ਕ੍ਰਿਸਚਨ ਧਰਮ ਜਾ ਰਹੇ ਨੇ। ਉਹਦਾ ਕਾਰਨ ਕਿ ਉੱਥੇ ਫੈਸਿਲਿਟੀਆਂ ਮੇਰੇ ਆ। ਹੁਣ ਡਾਕਟਰ ਕਹਿੰਦਾ ਮੇਰਾ ਬੱਚਾ ਡਾਕਟਰ ਬਣੇ, ਬਿਜ਼ਨਸਮੈਨ ਕਹਿੰਦਾ ਮੇਰਾ ਬੱਚਾ ਬਿਜ਼ਨਸਮੈਨ, ਰਾਗੀ ਕਦੀ ਕਿਸੇ ਨੇ ਕਿਹਾ ਮੇਰਾ ਬੱਚਾ ਰਾਗੀ ਬਣੂ। ਮੈਂ ਖੁਦ ਕਹਿ ਰਿਹਾ ਕਿ ਜੇ ਮੇਰੇ ਹਾਲਾਤ ਇਦਾਂ ਦੇ ਰਹੇ, ਮੈਂ ਰਾਗੀ ਬਣਾਵਾਂਗਾ ਆਪਣੇ ਬੱਚੇ ਨੂੰ ਆਉਣ ਵਾਲੇ ਸਮੇਂ 'ਚ। ਮੈਂ ਇਹ ਕਹੂੰਗਾ ਸੰਗੀਤ ਸਿੱਖੋ, ਡਿਗਰੀ ਕਰੋ, ਕਿਸੇ ਸਕੂਲ ਕਾਲਜ ਵਿੱਚ ਲੱਗ ਜਾਓ। ਪਰ ਕਿੰਨੇ ਜੱਥੇ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਸਭ ਨਾਲ ਤਾਂ ਕਹੀ ਹੋਇਆ ਜਾਂ ਕਿਸੇ ਨੇ ਬਾਹ ਫੜਨ ਦੀ ਵੀ ਕੋਸ਼ਿਸ਼ ਕੀਤੀ? ਵਿੱਚੋਂ ਕੁਝ ਬੰਦਿਆਂ ਨੇ, ਗਿਆਨੀ ਗੁਰਮੀਤ ਸਿੰਘ ਜੀ ਬੜੇ ਸਤਿਕਾਰਯੋਗ ਨੇ, ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਇਹ ਵਿਵਾਦ ਨਾ ਬਣੇ। ਮੈਂ ਉਹਨਾਂ ਦਾ ਇਸ ਗੱਲ ਦਾ ਹਮੇਸ਼ਾ ਰਿਣੀ ਰਵਾਂਗਾ ਕਿਉਂਕਿ ਉਹਨੇ ਹਮੇਸ਼ਾ ਸਾਨੂੰ ਬਹੁਤ ਸਤਿਕਾਰ ਦਿੱਤਾ। ਪਰ ਜਿਹੜੇ ਗਾੜੀ ਮੈਂਬਰ ਸੀ ਨਾ, ਉਹਨਾਂ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ।
ਜਿਵੇਂ ਐਸਜੀਪੀਸੀ ਦੇ ਵਿੱਚ ਵੀ ਕਈ ਰਾਗੀ ਸਿੰਘ ਬੇਮੁਖ ਹੋ ਚੁੱਕੇ ਆ, ਬੇਬਾਕ ਤਰੀਕੇ ਨਾਲ ਬੋਲਦੇ ਆ। ਇਸ ਤਰੀਕੇ ਨਾਲ ਇਹ ਵੀ ਸੰਸਥਾ ਆ, ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਪਰ ਅੱਜ ਜੋ ਤੁਹਾਡੇ ਨਾਲ ਗੱਲ ਕਰਕੇ ਸਭ ਨੂੰ ਪਤਾ ਲੱਗ ਗਿਆ ਕਿ ਲੱਗਦਾ ਹੈ ਕਿ ਇਸ ਤਰੀਕੇ ਦਾ ਜੋ ਧੱਕਾ ਆ ਇਹ ਰੁਕ ਸਕਦਾ, ਕਿਉਂਕਿ ਜੇ ਕਹਿ ਦਈਏ ਤੇ ਹਰ ਕਿਤੇ ਵੀ ਜੇ ਗੱਲ ਕਰੀਏ ਤਾਂ ਪ੍ਰਚਾਰਕ ਨੂੰ ਕਿਤੇ ਨਾ ਕਿਤੇ ਖਤਰਾ ਮਹਿਸੂਸ ਹੁੰਦਾ ਹੈ ਕਿ ਯਾਰ ਜੇ ਅਸੀਂ ਕੋਈ ਆਪਣੀ ਗੱਲ ਚੁੱਕਦੇ ਹਾਂ, ਅਸੀਂ ਆਪਣਾ ਪੱਖ ਰੱਖਦੇ ਹਾਂ ਤੇ ਸਾਨੂੰ ਕੱਢ ਦੇਣਗੇ ਜਾਂ ਕਿਤੇ ਨਾ ਕਿਤੇ ਨੁਕਸਾਨ ਹੋਊ। ਪਿੱਛੇ ਗੁਰਦੇਵ ਸਿੰਘ ਘਾੜਕਾ ਜੀ ਨੇ ਇੱਕ ਕਿੰਨਾ ਮੁੱਦਾ ਉਠਾਇਆ, ਵਿਸ਼ਾਲ ਕਿੰਨਾ ਮੁੱਦਾ ਉੱਠਿਆ ਨਾ ਜੀ, ਪਰ ਉਹਨਾਂ ਨਾਲ ਕੀ ਹੋਇਆ ਦੇਖੋ, ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ। ਇਹਦਾ ਮਤਲਬ ਕਿ ਤੁਸੀਂ ਸੱਚ ਸੁਣਨਾ ਨਹੀਂ ਪਸੰਦ ਕਰ ਸਕਦੇ। ਗੁਰੂ ਸਾਹਿਬ ਦਾ ਇੱਕ ਬਚਨ ਆ, ਯਾਦ ਹੈ, ਮਹਾਰਾਜ ਕਹਿੰਦੇ ਜੇ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਇਹ ਗੁਰੂ ਸਾਹਿਬ ਦਾ ਬਚਨ ਹੈ। ਜਦੋਂ ਸੱਚ ਸੁਣਾਇਆ ਜਾਂਦਾ ਇਹਨਾਂ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਦਬਾ ਕੇ ਰੱਖੀਏ। ਤੇ ਮਾਫ ਕਰਿਓ, ਇਹ ਉਦਾਂ ਕਹੀ ਜਾਂਦੇ ਕਿ ਗੁਰੂ ਦੀ ਸੰਗਤ ਏਦਾਂ, ਗੁਰੂ ਸੰਗਤ ਨੂੰ ਏਦਾਂ, ਗੁਰੂ ਸੰਗਤ ਏਦਾਂ, ਪਰ ਇਹ ਨਹੀਂ ਕਿ ਅਸੀਂ ਆਪਣੇ ਪ੍ਰਚਾਰਕ ਨੂੰ ਤਾਂ ਸਾਂਭ ਲਈਏ। ਸੋ ਬੇਨਤੀ ਮੈਂ ਕਰੂੰਗਾ ਸਾਰਿਆਂ ਨੂੰ, ਬੇਨਤੀ ਕਰਾਂਗਾ ਆਪਣੀ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੀ ਜਦੋਂ ਕੋਈ ਮੁੱਦਾ ਉੱਠਦਾ ਹੈ ਉੱਤੇ ਜ਼ਰੂਰ ਵਿਚਾਰਧਾਰਾ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਹਦੇ ਨਤੀਜੇ ਚੰਗੇ ਨਿਕਲਣ। ਮੇਰਾ ਆਖਰੀ ਸਵਾਲ, ਐਸਜੀਪੀਸੀ 'ਚ ਜਾ ਕੇ ਪਹੁੰਚ ਨਹੀਂ ਕੀਤੀ, ਮੰਗ ਪੱਤਰ ਦਿੱਤਾ ਸਿੰਘ ਸਾਹਿਬ ਨੂੰ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ? ਜੀ ਵੀਰ ਜੀ, ਐਸਜੀਪੀ ਦੀ ਗੱਲ ਕਰਦੇ ਨਾ ਤੁਸੀਂ, ਮੈਂ ਉੱਥੇ 2 ਵਾਰੀ ਟੈਸਟ ਦੇ ਚੁੱਕਾ ਹਾਂ, ਉੱਥੇ ਮੇਰੀ ਸੁਣਵਾਈ ਨਹੀਂ ਹੋਈ। ਕੀਰਤਨ ਦਾ ਟੈਸਟ 2 ਵਾਰੀ ਉੱਥੇ ਦਿੱਤਾ ਹੈ, ਉੱਥੇ ਵੀ ਸੁਣਵਾਈ ਨਹੀਂ। ਉੱਥੇ ਕੀ ਆ, ਸਿੱਧਾ ਵਿਸ਼ਾ ਹੈ ਜੀ ਪੈਸਾ, ਰਿਸ਼ਵਤ ਸਾਫ਼ ਮੰਗਦੇ, ਸਿੱਧੀ ਗੱਲ ਹੈ ਜੀ, ਪੈਸਾ ਮੰਗਦੇ ਜੀ। ਦਾਸ ਨੇ 2 ਵਾਰੀ ਟੈਸਟ ਦਿੱਤਾ ਹੈ, ਭਾਈ ਗੁਰਦਾਸ ਹਾਲ ਉੱਥੇ ਟੈਸਟ ਦਿੱਤਾ, ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਮੇਰਾ ਟੈਸਟ ਲਿਆ ਸੀ, ਨਰਿੰਦਰ ਸਿੰਘ ਜੀ ਬਨਾਰਸੀ ਬੈਠੇ ਸੀ ਟੈਸਟ ਵਿੱਚ, ਪਰ ਉੱਥੇ ਵੀ ਇਹਨਾਂ ਨੇ ਮੈਨੂੰ ਕੋਈ ਮੇਰੀ ਸੁਣਵਾਈ ਨਹੀਂ ਹੋਈ। ਫਿਰ ਦਾਸ ਨੇ ਚੁੱਪ ਕਰਕੇ ਆਪਣਾ ਇੱਥੇ ਲੋਕ ਜਿੱਥੇ ਜਲੰਧਰ ਡਿਊਟੀ ਕਰਦਾ ਰਿਹਾ, ਪਰ ਮੇਰਾ ਮਨ ਜ਼ਰੂਰ ਦੁਖਿਆ ਹੈ। ਕਿੰਨੇ ਪੈਸੇ ਸੀਗੇ, ਕਿੰਨੇ ਪੈਸੇ ਮੰਗਦੇ ਸੀ? ਸਰ ਜੀ ਉੱਥੇ ਪੈਸਿਆਂ ਦਾ ਜੇ ਤੁਸੀਂ ਸੋਚੋ ਤੇ ਕੋਈ 5-6-7 ਲੱਖ ਤੋਂ ਕੋਈ ਘੱਟ ਗੱਲ ਹੀ ਨਹੀਂ ਕਰਦਾ ਉੱਥੇ। ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੁਝ ਚੱਲਦਾ? ਹਾਂਜੀ, ਫਰਕ ਇੰਨਾ ਵਾ ਕਿ ਸਾਹਮਣੇ ਨਹੀਂ ਕੋਈ ਹੁੰਦਾ। ਕਿ ਮੇਰੇ ਵਰਗੇ ਪਤਾ ਨਹੀਂ ਕਿੰਨੇ ਪ੍ਰਚਾਰਕ, ਕਿੰਨੇ ਰਾਗੀ, ਕਿੰਨੇ ਜਿਹੜੇ ਇਸ ਗੱਲ ਤੋਂ ਪੀੜਤ ਨੇ, ਪਰ ਮੈਂ ਬੇਨਤੀ ਜ਼ਰੂਰ ਕਰੂੰਗਾ ਸਿੱਖ ਜਥੇਬੰਦੀ ਨੂੰ, ਸਿੱਖ ਧਰਮ ਨੂੰ, ਪ੍ਰਚਾਰਕਾਂ ਨੂੰ, ਗ੍ਰੰਥੀਆਂ ਨੂੰ ਅਤੇ ਜਿਹੜੀ ਸੰਗਤ ਨੂੰ ਵੀ ਕਿ ਜ਼ਰੂਰ ਇੱਥੇ ਵਿਚਾਰ ਕਰੋ। ਹਾਂਜੀ, ਇਹ ਬੇਨਤੀ ਕਰੋ। ਜਿਸ ਤਰੀਕੇ ਨਾਲ ਭਾਈ ਸਾਹਿਬ ਦੀ ਗੱਲ ਸੁਣੀ ਹੈ, ਇਹੀ ਮਨ ਦੇ ਵਿੱਚ ਖਦਸ਼ਾ ਆਉਂਦਾ ਹੈ ਕਿ ਕਿਤੇ ਨਾ ਕਿਤੇ ਜੋ ਅਸੀਂ ਕਹਿੰਦੇ ਆ ਕਿ ਸਾਡਾ ਧਰਮ ਦੇ ਪ੍ਰਚਾਰਕ ਨੇ, ਧਰਮ ਦੇ ਲੋਕ ਨੇ ਆਪਣਾ ਧਰਮ ਪਰਿਵਰਤਨ ਕਰਦੇ ਪਏ ਨੇ, ਉਹ ਵੀ ਸਾਂਭੀਏ, ਕਿਉਂਕਿ ਬਹੁਤ ਵੱਡਾ ਇੱਕ ਵਿਸ਼ਾ ਬਣ ਚੁੱਕਿਆ। ਹਰ ਕੋਈ ਉੱਠ ਕੇ ਇੱਕ ਸਿੱਧਾ ਸਵਾਲ ਕਰਦਾ ਔਰ ਅੱਜ ਇੱਕ ਰਾਗੀ ਸਿੰਘ ਉੱਠਿਆ, ਕੱਲ ਨੂੰ ਹੋਰ ਵੀ ਉੱਠ ਸਕਦੇ ਨੇ। ਸੋ ਇਸ ਜੋ ਮੁੱਦਾ ਹੈ ਕਿਤੇ ਨਾ ਕਿਤੇ ਬੈਠਣਾ ਚਾਹੀਦਾ ਵੀ ਹੈ। ਵੀਡੀਓ ਜਰਨਲਿਸਟ ਅਕਸ਼ੇ ਦੇ ਨਾਲ ਹਰਮੀਤ ਸਿੰਘ, ਜਗਬਾਨੀ ਟੀਵੀ, ਅੰਮ੍ਰਿਤਸਰ।